ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1842 ਦੇ ਵਿੱਚ ਅੱਜ ਦੇ ਦਿਨ ਸਰਦਾਰ ਜ਼ੋਰਾਵਰ ਸਿੰਘ ਨੇ ਲਦਾਖ ਤੇ ਕਬਜ਼ਾ ਕੀਤਾ। ਖਾਲਸੇ ਦਾ ਇਹ ਜਰਨੈਲ ਸੀ ਜੀ। 1845 ਚ ਅੰਗਰੇਜ਼ਾਂ ਦੀ ਭੜਕਾਟ ਬਰਾਬਰ ਚੱਲ ਰਹੀ ਸੀ, ਸੋ ਸਿੱਖ ਫੌਜ ਨੇ ਸਤਲੁਜ ਜਿਹੜਾ ਕਿ ਬਾਰਡਰ ਸੀ ਉਹਨੂੰ ਕ੍ਰਾਸ ਕਰਕੇ ਉਹਦੇ ਦੂਜੇ ਪਾਸੇ ਜਾ ਕੇ ਮੋਰਚੇ ਬਣਾਏ। 1913 ਚ ਅੱਜ ਦੇ ਦਿਨ ਇੰਗਲੈਂਡ ਦਾ ਬਾਦਸ਼ਾਹ ਉਸ ਵੇਲੇ 1913 ਜਾਰਜ ਪੰਚਮ, ਜਾਰਜ 5th ਜਿਹਨੂੰ ਕਹਿੰਦੇ ਸੀ ਜੀ, ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ, ਜਿਹੜੀ ਕਿ ਉਸ ਵੇਲੇ ਬਹੁਤ ਵੱਡੀ ਗੱਲ ਸੀ। 1972 ਦੇ ਵਿੱਚ ਅਕਾਲੀ ਦਲ ਨੇ 12 ਮੈਂਬਰੀ ਇੱਕ ਆਪਣੀ ਕਮੇਟੀ ਬਣਾਈ, ਪੋਲੀਟੀਕਲ ਕਮੇਟੀ, ਕਿਉਂਕਿ ਜਿਹੜੀ ਅਕਾਲੀ ਦਲ ਚੋਣਾਂ ਹਾਰ ਗਏ ਸੀ, ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣ ਗਏ ਸੀ, ਤੇ ਉਹਨਾਂ 12 ਮੈਂਬਰੀ ਕਮੇਟੀ 'ਚ ਨਹੀਂ ਫਿਰ ਪਾਸ ਕਰਨਾ ਸੀ ਕਿ ਵੀ ਅਕਾਲੀਆਂ ਦਾ ਕੀ ਨੈਕਸਟ ਸਟੈਪ ਹੋਏ। ਸੋ ਜੋ ਉਹਨਾਂ ਨੇ ਪਾਸ ਕੀਤਾ ਉਹੀ ਬਾਅਦ ਦੇ ਵਿੱਚ 1 ਸਾਲ ਬਾਅਦ 1972 ਦੇ ਵਿੱਚ 17 ਅਕਤੂਬਰ 1973 'ਚ ਅਨੰਦਪੁਰ ਦੇ ਮਤੇ ਨਾਲ ਜਾਣਿਆ ਗਿਆ। ਸੋ ਉਹਦੀ ਇੱਕ ਲਾਈਨ ਜਿਹੜੀ ਮੈਂ ਓਰੀਜਨਲ ਕੱਢੀ ਹੈ, ਬੜੀ ਇੰਪੋਰਟੈਂਟ ਹੈ ਦੇਖਣ ਦੇ ਲਈ ਕਿ ਅੱਜ ਜਿਹੜਾ ਅਨੰਦਪੁਰ ਦਾ ਮਤਾ ਜਾਂ ਅਕਾਲੀ ਉਦੋਂ 1973 'ਚ ਕੀ ਪਾਸ ਕੀਤਾ ਇਹਨਾਂ ਨੇ, ਧਰਮ ਯੁੱਧ ਮੋਰਚਾ ਉਹਦੇ ਤੇ ਲਾਇਆ, ਔਰ ਅੱਜ ਬਾਦਲ ਕਿੱਥੇ ਸਿੱਖ ਕੌਮ ਨੂੰ ਘੜੀਸ ਕੇ ਲਿਆਇਆ ਹੈ। ਉਹਦੇ ਸ਼ਬਦ ਨੇ ਕਿ ਨਿਸ਼ਾਨਾ ਕੀ ਹੈ, ਪੰਥਕ ਨਿਸ਼ਾਨਾ, ਪੰਥਕ ਸਿਆਸੀ ਨਿਸ਼ਾਨਾ ਯਕੀਨੀ ਤੌਰ ਤੇ 10ਮ ਪਾਤਸ਼ਾਹ ਦੇ ਹੁਕਮਾਂ, ਸਿੱਖ ਤਾਰੀਖ ਦੇ ਸਫ਼ਿਆਂ ਅਤੇ ਖਾਲਸਾ ਪੰਥ ਦੇ ਮਨ ਮੰਦਰ ਵਿੱਚ ਉਕਰਿਆ ਚਲਿਆ ਆ ਰਿਹਾ ਹੈ, ਜਿਸ ਦਾ ਮਕਸਦ ਹੈ ਖਾਲਸਾ ਜੀ ਦੇ ਬੋਲ ਬਾਲੇ। ਖਾਲਸਾ ਜੀ ਦੇ ਇਸ ਜਨਮ ਸਿੱਧ ਹੱਕ ਨੂੰ ਵਜੂਦ ਵਿੱਚ ਲਿਆਉਣ ਵਾਸਤੇ ਲੋੜੀਂਦੇ ਦੇਸ਼ ਕਾਲ ਅਤੇ ਸਿਆਸੀ ਆਇਨ ਨੂੰ ਬਣਾਉਣਾ ਤੇ ਕਾਇਮ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ। ਇਹ 10ਮ ਪਾਤਸ਼ਾਹ, ਤਾਰੀਖ ਔਰ ਬੋਲ ਬਾਲੇ। ਸੋ ਵਰਲਡ ਹਿਸਟਰੀ ਦੇ ਹਵਾਲੇ ਨਾਲ 1620 ਦੇ ਵਿੱਚ ਅੱਜ ਦੇ ਦਿਨ 103 ਮੁਸਾਫਰ ਮੇਫਲਾਵਰ ਜਹਾਜ਼ ਦੇ ਵਿੱਚ ਜਿਹੜਾ ਉਹ ਪਲਾਈਮਾਊਥ ਰੌਕ ਦੇ ਉੱਤੇ ਆਏ, ਜਿਹੜੇ ਅਮਰੀਕਾ ਦੇ ਪਹਿਲੇ ਸੈਟਲਰ ਬਣਦੇ ਨੇ ਜੀ। 1844 ਦੇ ਵਿੱਚ ਪਹਿਲੀ ਵਾਰ ਨਾਈਟਰਸ ਆਕਸਾਈਡ ਹਾਰਟਫੋਰਡ ਕਨੈਟੀਕਟ ਦੇ ਵਿੱਚ ਯੂਜ਼ ਹੋਇਆ ਐਨਸਥੀਸੀਆ ਦੇ ਤੌਰ ਤੇ ਦੰਦ ਕੱਢਣ ਲਈ। ਦੰਦ ਦੁਖਦਾ ਹੋਇਆ, ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਦੰਦ ਕੱਢਤਾ, ਦੁਖਦਾ ਕੋਈ ਹੁੰਦਾ ਕੱਢ ਕੋਈ ਦਿੰਦੇ ਨੇ, ਸੁੰਨ ਹੁੰਦੇ ਸਾਰੇ ਜੀ। ਉਦੋਂ ਤੱਕ ਜਿਹੜਾ ਬਿਨਾਂ ਸੁੰਨ ਕੀਤੇ ਕੱਢੇ ਜਾਂਦੇ ਸੀ, ਪਰ ਇਹ ਪਹਿਲੀ ਵਾਰੀ ਨਾਈਟਰਸ ਆਕਸਾਈਡ ਨਾਲ ਇਹਦਾ ਐਨਸਥੀਸੀਆ ਦਿੱਤਾ। 1903 ਦੇ ਵਿੱਚ ਬ੍ਰਿਟਿਸ਼ ਫੋਰਸਿਸ ਨੇ ਜਨਰਲ ਮੈਕਡੋਨਲਡ ਦੇ ਥੱਲੇ ਤਿੱਬਤ ਦੇ ਉੱਤੇ ਕੰਟਰੋਲ ਕੀਤਾ, ਔਰ ਜਿਹੜੀ ਅੱਜ ਜਿਹੜੀ ਇੰਡੀਆ ਔਰ ਚਾਈਨਾ ਦੇ ਬਾਰਡਰ ਨੂੰ ਡਿਵਾਈਡ ਕਰਦੀ ਹੈ, ਜਿਹਨੂੰ ਮੈਕਮੋਹਨ ਲਾਈਨ ਕਹਿੰਦੇ ਨੇ, 1893 ਦੇ ਵਿੱਚ ਇਹ ਡਰਾ ਹੋਈ ਸੀ। 1941 ਦੇ ਵਿੱਚ ਜਾਪਾਨ ਨੇ ਗੁਆਮ ਦੇ ਟਾਪੂ ਤੇ ਕਬਜ਼ਾ ਕੀਤਾ। 1997 ਚ ਆਇਰਿਸ਼ ਰਿਪਬਲਿਕਨ ਆਰਮੀ ਦਾ ਜਿਹੜਾ ਪੋਲੀਟੀਕਲ ਵਿੰਗ ਸ਼ਿਨ ਫੇਨ, ਉਹਨਾਂ ਦਾ ਸਪੋਕਸਮੈਨ ਜੈਰੀ ਐਡਮਸ ਜਿਹੜਾ ਹੈ ਉਹ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ ਨੂੰ ਮਿਲਿਆ। ਪਹਿਲੀ ਵਾਰ ਸੀ 76 ਸਾਲ ਬਾਅਦ ਕਿ ਕੋਈ IRA ਦਾ ਬੰਦਾ ਮਿਲਿਆ ਸੀ। 1997 ਚ ਕਿਓਟੋ ਜਾਪਾਨ ਦੇ ਵਿੱਚ 150 ਮੁਲਕਾਂ ਦੀ ਗਲੋਬਲ ਵਾਰਮਿੰਗ ਦੇ ਮੁੱਦੇ ਤੇ ਮੀਟਿੰਗ ਹੋਈ, ਔਰ 1998 ਚ ਅਮਰੀਕਨ ਕਾਂਗਰਸ ਦੇ ਵਿੱਚ ਕਲਿੰਟਨ ਨੂੰ ਮੋਨਿਕਾ ਲੈਵਿੰਸਕੀ ਕੇਸ ਦੇ ਵਿੱਚ ਇੰਪੀਚ ਕਰਨ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਬੀਜੇਪੀ ਦੇ ਮੈਂਬਰ ਪਾਰਲੀਮੈਂਟ ਸਾਕਸ਼ੀ ਮਹਾਰਾਜ ਨੇ ਕਿਹਾ ਹੈ ਕਿ ਗਾਂਧੀ ਨੂੰ ਮਾਰਨ ਵਾਲਾ ਨੱਥੂ ਰਾਮ ਗੋਡਸੇ ਵੀ ਉਵੇਂ ਹੀ ਦੇਸ਼ ਭਗਤ ਸੀ ਜਿਵੇਂ ਕਿ ਮਹਾਤਮਾ ਗਾਂਧੀ। ਜੀ ਡਾਕਟਰ ਸਾਹਿਬ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਅੱਛੇ ਦਿਨ ਆ ਗਏ, ਕਿਉਂਕਿ ਇੱਕ ਪਾਸੇ ਕਨਵਰਟ ਕਰਨ ਲੱਗੇ ਹੋਏ ਨੇ ਮੁਸਲਮਾਨਾਂ ਈਸਾਈਆਂ ਨੂੰ, ਔਰ ਜਦੋਂ ਹੁਣ ਰੌਲਾ ਪਿਆ ਪਾਰਲੀਮੈਂਟ 'ਚ, ਔਰ ਦੂਜਾ ਤੇ ਜਿਹੜਾ ਉਹ ਪਾਰਲੀਮੈਂਟਰੀ ਮਿਨਿਸਟਰ ਹੈ ਵੈਂਕਟ ਨਾਇਡੂ ਜੀ, ਉਹ ਕਹਿੰਦਾ ਜੀ ਜੇ ਤੁਹਾਨੂੰ ਲੱਗਦਾ ਵੀ ਕਨਵਰਸ਼ਨ ਨਹੀਂ ਹੋਣੀ ਚਾਹੀਦੀ ਤੇ ਅਸੀਂ ਲਾ ਬਣਾ ਦਿੰਨੇ ਕਿ ਇੰਡੀਆ 'ਚ ਕਨਵਰਸ਼ਨ ਕੋਈ ਹੋ ਹੀ ਨਹੀਂ ਸਕਦੀ। ਹੁਣ ਜ਼ਾਹਰ ਹੈ ਕਿ ਇੱਕ ਪਾਸੇ ਕਨਸਟੀਟਿਊਸ਼ਨ ਰਾਈਟ ਦਿੰਦਾ ਹੈ ਫਰੀडम ਦੀ, ਜੇ ਕੋਈ ਆਪਣੀ ਮਰਜ਼ੀ ਨਾਲ ਕੋਈ ਧਰਮ ਅਡਾਪਟ ਕਰਨਾ ਚਾਹੁੰਦਾ ਹੈ ਤੇ ਉਹਦਾ ਹੱਕ ਹੈ, ਫੰਡਾਮੈਂਟਲ ਰਾਈਟ ਹੈ, UN 'ਚ ਵੀ ਹੈ, ਇੰਡੀਅਨ ਕਨਸਟੀਟਿਊਸ਼ਨ 'ਚ ਵੀ ਹੈ। ਪਰ ਉਹਨਾਂ ਨੇ ਪਹਿਲਾਂ ਇੱਕ ਪਾਸੇ ਇਹ ਸਿਚੁਏਸ਼ਨ ਕ੍ਰੀਏਟ ਕੀਤੀ ਵੀ ਬਣਾ ਲਓ, ਜੇ ਨਾ ਹੁੰਦਾ ਤੇ ਫਿਰ ਉਹਨਾਂ ਨੇ ਕਹਿਣਾ ਸੀ ਕਿ ਜੀ ਦੇਖ ਲਓ ਜਿਹੜਾ ਹੁਣ ਉਹ ਕਹਿੰਦੇ ਜੀ ਅਸੀਂ ਕਰ ਦਿੰਦੇ ਜੀ ਐਂਟੀ ਕਨਵਰਸ਼ਨ ਲਾਅ ਪਾਸ ਕਰ ਦਿੰਦੇ, ਤਾਂ ਕਿ ਜਿਹੜੇ ਲੋਕ ਕੋਈ ਈਸਾਈ ਬਣਦਾ ਹੈ ਜਾਂ ਕੋਈ ਮੁਸਲਮਾਨ ਬਣਦਾ ਹੈ ਜਾਂ ਸਿੱਖ ਬਣਦਾ ਹੈ ਉਹ ਬਿਲਕੁਲ ਨਾ ਬਣ ਸਕਣ। ਸੋ ਇੱਕ ਪਾਸੇ ਉਹਨਾਂ ਨੇ ਇਹ ਫਰੰਟ ਖੋਲ੍ਹਿਆ। ਹੁਣ ਇਹੀ ਸਾਕਸ਼ੀ ਮਹਾਰਾਜ ਮੈਂਬਰ ਪਾਰਲੀਮੈਂਟ ਹੈ। ਮਹਾਰਾਸ਼ਟਰ 'ਚ ਨੱਥੂ ਰਾਮ ਗੋਡਸੇ ਦਾ ਦਿਨ ਵੀ ਮਨਾਇਆ ਗਿਆ, ਔਰ ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ, ਉਹਨੇ ਕਿਹਾ ਜੀ ਇਹ ਕੋਈ ਦੇਸ਼ ਧਰੋਹੀ ਥੋੜੀ ਸੀ ਨੱਥੂ ਰਾਮ ਗੋਡਸੇ,
ਜੇ ਗਾਂਧੀ ਦੇਸ਼ ਭਗਤ ਸੀ ਤਾਂ ਉਹ ਵੀ ਦੇਸ਼ ਭਗਤ ਸੀ, ਪੈਟਰੀਓਟ ਸੀ। ਜੀ ਹੁਣ ਜ਼ਾਹਰ ਹੈ ਸਾਨੂੰ ਤਾਂ ਚਲੋ ਇਹ ਸੂਟ ਕਰਦਾ ਜੇ ਉਹਨੇ ਕਹਿ ਵੀ ਦਿੱਤਾ ਹੈ। ਅਸੀਂ ਤਾਂ ਫਿਰ ਇਹ ਕਵਾਂਗੇ ਕਿ ਜੀ ਨਥੂਰਾਮ ਗੋਡਸੇ ਤੁਹਾਡਾ ਦੇਸ਼ ਭਗਤ, ਤੁਸੀਂ ਉਹਦੀ ਯਾਦ ਮਨਾਓ, ਸਾਨੂੰ ਇਹ 에ਅਰਪੋਰਟ ਦਾ ਨਾਂ ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਦੇ ਨਾਂ ਤੇ ਰੱਖੋ ਦਿੱਲੀ ਦੇ। ਔਰ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਖਲੋਣ ਵਾਲਾ ਹੈ ਉਹ ਤੁਹਾਡਾ ਦੇਸ਼ ਭਗਤ ਹੈ ਤਾਂ ਫਿਰ ਸਾਡੇ ਇਹ ਦੇਸ਼ ਭਗਤ ਨੇ, ਫਿਰ ਇਹ ਬੰਦ ਕਰੋ ਕਹਿਣਾ ਜੋ ਸਿੱਖਾਂ ਦੇ ਉੱਤੇ ਤੁਸੀਂ ਲੇਬਲ ਲਾ ਰਹੇ ਹੋ। ਪਰ ਇਹ ਦੱਸ ਰਿਹਾ ਹੈ ਕਿ ਕਿੱਧਰ ਨੂੰ ਗੱਲ ਜਾ ਰਹੀ ਹੈ ਕਿ ਆਰਐਸਐਸ ਖੁੱਲ ਕੇ ਆਪਣੇ ਏਜੰਡੇ ਦੇ ਉੱਤੇ ਕੰਮ ਕਰ ਰਹੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਰਾਮਦਾਸ ਜੀ ਦੇ ਸ਼ਲੋਕ ਨੰਬਰ 25 ਨੂੰ ਵਾਰਾਂ ਤੇ ਵਧੀਕ ਤੋਂ ਚੁਣਿਆ। ਜੀ ਇਹ ਸ਼ਲੋਕ ਹੈ, ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ, ਗੁਰਮਤੀ ਨਾਮ ਨਿਰਮਲ, ਨਿਰਮਲ ਨਾਮ ਧਿਆਏ, ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ, ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ, ਨਾਨਕ ਸਤਿਗੁਰ ਤਿਨ ਕੋ ਮੇਲਿਓਨ, ਜਿਨ ਤੁਰ ਮਸਤਕ ਭਾਗ ਲਿਖਾਏ। ਜੀ ਜ਼ਾਹਰ ਹੈ ਸ਼ਬਦ ਬੜੇ ਸਪਸ਼ਟ ਨੇ ਕਿ ਸਤਿਗੁਰੂ ਜਿਹੜਾ ਅਕਾਲ ਪੁਰਖ ਦੇ ਨਾਲ ਮੇਲਣ ਦਾ ਸਾਡੇ ਲਈ ਸਾਧਨ ਹੈ, ਜ਼ਰੀਆ ਹੈ, ਉਸ ਦੇ ਵਿੱਚ ਹੀ ਅੰਮ੍ਰਿਤ ਨਾਮ ਹੈ। ਅੰਮ੍ਰਿਤ ਮ੍ਰਿਤ ਮੌਤ ਨੂੰ ਕਹਿੰਦੇ ਨੇ, ਅੰਮ੍ਰਿਤ ਜਿਹੜਾ ਨਾ ਮਰੇ। ਹੁਣ ਨਾਮ ਨਾਂ ਨਿਰੰਕਾਰ ਦਾ ਜਾਂ ਨਿਰੰਕਾਰ ਦੀ ਯਾਦ ਇਹ ਮਰਨ ਵਾਲੀ ਨਹੀਂ ਹੈ। ਰੱਬ ਕਿਉਂਕਿ ਅਜੂਨੀ ਹੈ, ਉਹ ਮਰਦਾ ਹੀ ਨਹੀਂ ਹੈ, ਜੂਨ ਚ ਨਹੀਂ ਆਉਂਦਾ। ਜੀ ਤੇ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਜਿਹੜਾ ਨਾਮ ਅਕਾਲ ਪੁਰਖ ਦਾ ਜਗਿਆਸੂ ਦੇ ਹਿਰਦੇ ਚ ਵਸਣਾ, ਉਹ ਸਤਿਗੁਰ ਰਾਹੀਂ ਵਸਣਾ, ਕਿਉਂਕਿ ਸਤਿਗੁਰ ਦੇ ਵਿੱਚ ਉਹ ਅੰਮ੍ਰਿਤ ਨਾਮ ਹੈ। ਅੰਮ੍ਰਿਤ ਕਹਿ ਕਹਾਏ ਕਿ ਇਹ ਜਿਹੜਾ ਸਤਿਗੁਰੂ ਦੇ ਵਿੱਚ ਨਾਮ ਹੈ, ਇਹੀ ਰੱਬ ਦਾ ਨਾਮ ਹੈ। ਕਹਿ ਕਹਾਏ ਇਹੀ ਸ਼ਬਦ ਹੈ। ਗੁਰਮਤੀ ਨਾਮ ਨਿਰਮਲ, ਨਿਰਮਲ ਨਾਮ ਧਿਆਏ। ਜਿਹੜਾ ਸਿੱਖ ਗੁਰੂ ਦੀ ਮੱਤ ਅਨੁਸਾਰ ਚੱਲਦਾ ਹੈ, ਉਸ ਦੇ ਅੰਦਰ ਨਿਰਮਲ ਨਾਂ, ਜਿਸ ਨਾਮ ਦੇ ਵਿੱਚ ਕੋਈ ਮੈਲ ਨਹੀਂ ਆ, ਉਹ ਵਸ ਜਾਂਦਾ ਹੈ। ਤੇ ਉਹ ਉਸ ਨਿਰਮਲ ਨਾਮ ਨੂੰ ਹਮੇਸ਼ਾ ਆਪਣੇ ਧਿਆਨ ਦੇ ਵਿੱਚ, ਆਪਣੀ ਯਾਦ ਦੇ ਵਿੱਚ, ਆਪਣੇ ਸਿਮਰਨ ਦੇ ਵਿੱਚ ਲਿਆਂਦਾ ਹੈ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਹੁਣ ਇਹੀ ਬਾਣੀ ਦਾ ਤਤ ਸਾਰ ਹੈ, ਨਿਰੰਕਾਰ ਦਾ ਨਾਂ। ਇਹ ਗੁਰਮੁਖ ਦੇ ਮਨ ਵਿੱਚ, ਜਿਹੜਾ ਗੁਰੂ ਦੇ ਵੱਲ ਮੂੰਹ ਕਰਕੇ ਗੁਰੂ ਦੀ ਸਿੱਖਿਆ ਤੇ ਅਮਲ ਕਰਦਾ ਹੈ, ਉਸ ਦੇ ਅੰਦਰ ਵਸ ਜਾਂਦਾ ਹੈ। ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਹੁਣ ਹਿਰਦੇ ਜਿਹੜਾ ਹੈ ਜਿਵੇਂ ਕਮਲ ਹੈ, ਕਮਲ ਦਾ ਫੁੱਲ ਮੁਰਝਾਇਆ ਹੁੰਦਾ ਹੈ, ਪਰ ਸੂਰਜ ਦੇ ਨਾਲ ਔਰ ਦੂਸਰਾ ਜਦੋਂ ਕਮਲ ਖਿੜਦਾ ਤੇ ਉਸ ਖਿੜਾ ਦੇ ਵਿੱਚ ਇੱਕ ਖੂਬਸੂਰਤੀ ਹੈ, ਇੱਕ ਚਾਹ ਹੈ। ਇਸੇ ਤਰ੍ਹਾਂ ਜਦੋਂ ਨਿਰੰਕਾਰ ਦਾ ਨਾਂ ਸਾਡੇ ਹਿਰਦੇ 'ਚ ਵਸਦਾ ਹੈ ਤੇ ਸਾਡੇ ਮੁਰਦੇ ਹਾਣ ਦਿਲ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਡਿਪਰੈਸ਼ਨ ਹੈ, ਉਦਾਸੀ ਹੈ, ਕੋਈ ਚਾਹ ਨਹੀਂ ਹੈ, ਈਰਖ ਹੈ, ਨਿੰਦਿਆ ਹੈ, ਵਿਕਾਰ ਨੇ, ਜੀ ਜਿਉਂ ਹੀ ਉਹਦਾ ਨਾਂ ਨਿਰੰਕਾਰ ਦਾ ਆਂਦਾ ਹੈ, ਉਹ ਸਾਰੇ ਚੀਜ਼ਾਂ ਬਾਹਰ ਹੋ ਜਾਂਦੀਆਂ ਨੇ। ਹਿਰਦੈ ਕਮਲ ਪ੍ਰਗਾਸਿਆ, ਦਿਲ ਵੀ ਸਾਡਾ ਕਮਲ ਦੇ ਫੁੱਲ ਵਾਂਗ ਖਿੜ ਜਾਂਦਾ ਹੈ। ਜੋਤੀ ਜੋਤ ਮਿਲਾਏ, ਤੇ ਉਸ ਸਿੱਖ ਦੀ ਰੂਹ ਹਮੇਸ਼ਾ ਨਿਰੰਕਾਰ ਦੀ ਯਾਦ ਵਿੱਚ ਪੁੜੀ ਹੁੰਦੀ ਹੈ। ਨਾਨਕ ਸਤਿਗੁਰ ਤਿਨ ਕੋ ਮੇਲਿਓਨ, ਜਿਨ ਤੁਰ ਮਸਤਕ ਭਾਗ ਲਿਖਾਏ। ਪਰ ਇਹ ਬਖਸ਼ਿਸ਼ ਉਹਨਾਂ ਦੇ ਉੱਤੇ ਹੀ ਹੁੰਦੀ ਹੈ ਜਿਹੜੇ ਧੁਰੋਂ ਇਹ ਲਿਖਵਾ ਕੇ ਆਏ ਹੁੰਦੇ ਨੇ। ਹੁਣ ਧੁਰੋਂ ਲਿਖਵਾਉਣ ਵਾਲਾ ਵੀ ਇਹ ਹੈ ਕਿ ਨਿਰੰਕਾਰ ਦੀ ਰਹਿਮਤ ਦੇ ਨਾਲ ਹੀ ਹੁੰਦਾ ਹੈ। ਹਾਲਾਂਕਿ ਜਿਵੇਂ ਉਹ ਮਾਤਾ ਸੁਲੱਖਣੀ ਦੀ ਇੱਕ ਸਾਖੀ ਪਿੰਡ ਜਿਹੜਾ ਮੈਨੂੰ ਯਾਦ ਉਸ ਚੱਬੇ ਦੇ ਹਵਾਲੇ ਨਾਲ ਹੈ ਕਿ ਜੀ ਉਹ ਕਹਿ ਰਹੀ ਹੈ ਵੀ ਮੈਨੂੰ ਪੁੱਤਰ ਲਿਖੋ, ਘੋੜੇ ਨੇ ਐ ਸੁੰਮ ਚੁੱਕਿਆ। ਉਹਨੇ ਕਿਹਾ ਜੀ ਹੈ ਨਹੀਂ ਮਾਤਾ, ਤੇਰੇ ਕਰਮਾਂ 'ਚ ਨਹੀਂ। ਕਹਿੰਦਾ ਮਹਾਰਾਜ ਉੱਥੇ ਵੀ ਤੁਸੀਂ ਲਿਖਣੇ ਸੀ, ਇੱਥੇ ਵੀ ਤੁਸੀਂ ਲਿਖਣੇ ਨੇ, ਲਿਖ ਦਿਓ। ਹੁਣ ਇਹ ਹੈ ਉਹ ਸਿੰਪਲ ਵਿਸ਼ਵਾਸ। ਜਦੋਂ ਅਸੀਂ ਫੇਥ ਦੇ ਨਾਲ ਤੁਰਦੇ ਕਿ ਭਾਈ ਗੁਰੂ ਸਾਹਿਬ ਫਰਮਾਉਂਦੇ ਨਾਨਕ ਸਤਿਗੁਰ ਤਿਨ ਕੋ ਮੇਲੇ ਜਿਨ ਧੁਰ ਮਸਤਕ ਭਾਗ ਲਿਖਾਏ, ਇਹ ਅਲਟੀਮੇਟਲੀ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ, ਨਦਰ ਦੇ ਨਾਲ, ਉਸ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਦੇ ਨਾਲ ਮੇਲ ਹੁੰਦਾ ਹੈ। ਤੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਜੀ ਡਾਕਟਰ ਸਾਹਿਬ, ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।